Audio Jungle. Audio Jungle. ਸਾਰਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਰਾਜਵੀਰ ਸਿੰਘ ਹੋਰਾ। ਤੁਸੀਂ ਵੇਖ ਰਹੇ ਹੋ ਤੇੜੀ ਬਾਤ ਨਿਊਜ਼। ਇਸ ਸਮੇਂ ਆਪਾਂ ਮੌਜੂਦ ਹਾਂ ਇੰਦੌਰ ਸ੍ਰੀ ਗੁਰੂ ਸਿੰਘ ਸਭਾ ਮੁੱਖ ਚੁਣਾਵ ਅਧਿਕਾਰੀ ਦੇ ਕਾਰਿਆਲੇ ਤੇ। ਖਾਲਸਾ ਪੈਨਲ ਵੱਲੋਂ ਹੁਣੇ ਇੱਕ ਗਿਆਪਨ ਦਿੱਤਾ ਗਿਆ ਹੈ ਤੇ ਬੜੀ ਗਹਿਮਾ ਗਹਿਮੀ ਹੋਈ ਔਰ ਕੁਝ ਮੰਗ ਉਹਨਾਂ ਦੇ ਦੁਆਰਾ ਮੁੱਖ ਚੁਣਾਵ ਅਧਿਕਾਰੀ ਦੇ ਸਾਹਮਣੇ ਰੱਖੇ ਗਏ ਨੇ। ਇਸ ਸਮੇਂ ਸਾਡੇ ਨਾਲ ਨੇ ਵੀਰ ਸਰਦਾਰ ਜਗਜੀਤ ਸਿੰਘ ਟੁਟੇਜਾ ਜੀ। ਇਹਨਾਂ ਨੇ ਵੀ ਆਪਣੀ ਕੁਝ ਗੱਲ ਰੱਖੀ ਹੈ ਜੀ। ਤੁਸੀਂ ਦੱਸੋ ਕੀ ਗੱਲ ਹੋਈ ਹੈ ਤੁਹਾਡੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਇਹ ਗੱਲ ਹੋਈ ਹੈ, ਉਹਨਾਂ ਨੇ ਆਖਿਆ ਹੈ ਕਿ 11,869 ਜਿਹੜੇ ਪੁਰਾਣੇ ਮੈਂਬਰ ਨੇ ਉਹਨਾਂ ਨੂੰ ਫਿਰ ਤੋਂ ਆਧਾਰ ਕਾਰਡ ਨਾਲ ਲਿੰਕ ਕੀਤਾ ਜਾਏਗਾ, ਉਹ ਕੈਂਸਲ ਹੋ ਜਾਂਦੇ। ਮੇਰਾ ਉਹਨਾਂ ਨੇ ਆਖਣਾ ਜਦ ਪੁਰਾਣੀ ਕਮੇਟੀ ਉੱਥੋਂ ਆਈ ਸੀ ਅਕਾਲ ਤਖਤ ਸਾਹਿਬ ਤੋਂ, ਉਹਨਾਂ ਨੇ ਪਰਮਿਸ਼ਨ ਹੋ ਗਈ ਹੈ, ਫਿਰ ਕੈਂਸਲ ਹੋਣ ਦਾ ਮਤਲਬ ਕੀ? ਉਹ ਤੁਸੀਂ ਕੈਂਸਲ ਕਰ ਦਿਓ, ਫਿਰ ਨਵੀਂ ਡੇਟ ਬਣਾਓ, ਉਹ ਨਵੀਂ ਡੇਟ ਦਿਓ। ਤੁਸੀਂ ਕੀ ਕਹਿ ਰਹੇ ਹੋ? चुनाव तो हो ही नहीं सकते। दसो ना 24 सितंबर चुनाव ही नहीं होंगे। क्या होंगे मैं दसो फिर तो मेंबर बनाना तुसी आख रहे हो कि उन्होंने फिर मेंबर बनाना नहीं आख्या। अरे उन्होंने कराया ना, उन्होंने क्या है कि जो 11,800 पुराने मेंबर ने वो नहीं मनने जानते, वो सूची नहीं मनना। और जीवन सदस्य ने वो आजीवन सदस्य ने आज कोई भी बंदा आजीवन सदस्य सिखवादी बन जाता है तो वो कभी भी वोट मानने का अधिकार होता है। हाँ तुझा अपडेट कराना है तो अपडेट को कराओ ना, और अभी टाइम दो पूरा। तो ਤੁਹਾਡਾ ਕਹਿਣ ਦਾ ਮਤਲਬ ਹੈ ਕਿ ਚੁਣਾव ਪ੍ਰਕਿਰਿਆ ਦੀ पालना नहीं हो रही है? नहीं कितने हो रही है दसो ना। जब वो तो अकाल तख्त साले 5 बंदे आए थे, 5 बंदे आए थे ਜਿਹੜੇ ਸਿੰਘ ਸਾਹਿਬ ਨਿਕਲਨੇ ਸੀ, ਉਹਨਾਂ ਪਾਸ ਕਰ ਦਿੱਤੀ ਇੱਕ ਲਿਸਟ ਨੂੰ, ਤੇ ਫਿਰ ਇਹ ਹੁਣ ਲਿਸਟ कैंसिल करने वाले कौन? मुख्य चुनाव अधिकारी ने ध्वन की क्या क्या कि भैया फिर तो बना और अपडेट कराया जाएगा। मैं क्या या तो फिर तारीख जो नवी भाई मेंबर बनाने नवी तारीख दे दो कि ये सारे अपडेट कराए जाए, पेपर विज्ञप्ति दो, कहाँ जाके काम होएगा? इन थोड़ी हो जाएगा घर बैठे सारा। ਤੁਹਾਡਾ ਕੀ ਵਿਰੋਧ ਹੈ? मेरा विरोध है या तो ओके की जाए और नहीं तो ਜਿਹੜੇ भी महीना 2 महीने 3 महीने बदने ने वो बनाए जाए चुनाव। जाओगे तो अकाल तख्त साहब जाओगे? आखा ना मैं तो उन्हें आखा होना, उन्हें तो लेटर लिख के देंगा। लेटर लिखोगे? हाँ मतलब ਤੁਹਾਡਾ ਕਹਿਣ ਦਾ ਮਤਲਬ ਹੈ ਕਿ ਅਗਰ ਇਹ ਪ੍ਰਕਿਰਿਆ ਨੂੰ ਅਪਣਾਇਆ ਗਿਆ ਨਏ ਸਿਰੇ ਨਾਲ तो 24 सितंबर ਨੂੰ ਚੁਣਾव ਹੋ ਹੀ ਨਹੀਂ ਸਕਦਾ। हो ही नहीं सकते ना। आज 24 अगस्त है, हाँ ये कभी के कल होने दसो 2 महीने का प्रोसीजर है लिस्ट बनने तो बाद, 60 दिन का प्रोसीजर है लिस्ट बनने तो बाद। ਤੁਸੀਂ ਤਾਂ ਬੜੀ ਬ੍ਰੇਕਿੰਗ ਖਬਰ ਦੱਸ ਰਹੇ ਹੋ। बिल्कुल दस रहा था, बहुत ਵੱਡੀ ਖਬਰ ਹੈ। पूछ लो वकील साहब खड़े हुए थे अमरजीत सिंह जी। आज 24 अगस्त है और अगली 24 अगस्त की कल होने दसो 24 सितंबर को चुनाव अली लिस्ट फाइनल नहीं हुई। संगत जी तुसी देखो और सुनो और अमरजीत जी करो कि इस प्रकार चुनाव हो सकते हैं 24 सितंबर। 4 दिन का वो क्लास वाहिगुरू जी का खालसा वाहिगुरू जी की फतेह। उन्हें तुसी खालसा पैनल ਵੱਲੋਂ ਸਾਰੇ ਇਕੱਠ ਹੋ ਕੇ ਮੁੱਖ ਚੁਣਾਵ ਅਧਿਕਾਰੀ ਨੂੰ ਕੋਈ ਗਿਆਪਨ ਦਿੱਤਾ ਹੈ। ਕੀ ਹੈ ਗਿਆਪਨ, ਕੀ ਹੈ ਤੁਹਾਡੀ ਮੰਗ ਔਰ ਤੁਹਾਡੇ ਮੰਗ ਦੇ ਉੱਤੇ ਮੁੱਖ ਚੁਣਾਵ ਅਧਿਕਾਰੀ ਬਾਬਾ ਰਜਿੰਦਰ ਸਿੰਘ ਨੇ ਤੁਹਾਨੂੰ ਕੀ ਕਿਹਾ ਦੱਸੋ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਕਰੀਬ 40-50 ਵੀਰ ਮਿਲ ਕੇ ਬਖਸ਼ੀ ਵੀਰ ਜੀ ਔਰ ਬੰਟੀ ਵੀਰ ਜੀ ਦੇ ਨਾਲ ਅਸੀਂ ਬਾਬਾ ਜੀ ਨਾਲ ਮਿਲਿਆ ਹੀ। ਬਖਸ਼ੀ ਵੀਰ ਜੀ ਬੰਟੀ ਵੀਰ ਜੀ ਨਹੀਂ ਸਮਝਿਆ, ਸੰਗਤ ਨੂੰ ਪੂਰਾ ਨਾ ਦੱਸੋ। ਹਰਪ੍ਰੀਤ ਸਿੰਘ ਜੀ ਔਰ ਬਿਰਪਾਲ ਵੀਰ ਜੀ ਦੇ ਨਾਲ ਅਸੀਂ ਬਾਬਾ ਜੀ ਨਾਲ ਮਿਲਿਆ, ਬਾਬਾ ਰਾਜਿੰਦਰ ਸਿੰਘ ਜੀ ਨਾਲ ਚੁਣਾਵ ਅਧਿਕਾਰੀ ਨਾਲ। ਅਸੀਂ 4 ਮੰਗ ਤੋਂ ਲੈ ਕੇ ਅਸੀਂ ਗਿਆਪਨ ਦਿੱਤੇ ਨੇ। ਪਹਿਲੀ ਸਾਡੀ ਮੰਗ ਹੈਗੀ ਕਿ ਜਿੰਨੇ ਵੀ ਫਾਰਮ ਅਜੇ ਭਰਾਏ ਗਏ ਨੇ ਉਹਨਾਂ ਸਾਰਾ ਫਾਰਮ ਦਾ ਵੈਰੀਫਿਕੇਸ਼ਨ ਖਾਲਸਾ ਪੈਨਲ ਤੋਂ 2 ਬੰਦੇ ਅਸੀਂ ਨਾ ਦਿੱਤੇ ਨੇ, ਉਹਨਾਂ ਨੂੰ ਸਾਹਮਣੇ ਬਿਠਾ ਕੇ ਔਰ ਸਾਰੇ ਜੋ ਮੈਂਬਰ ਜੋ ਆਏ ਨੇ ਫਾਰਮ ਉਹਨਾਂ ਨੂੰ ਵੈਰੀਫਾਈ ਕੀਤਾ ਹੈ। ਇੱਕ ਤੇ ਸਾਡੀ ਇਹ ਮੰਗ ਹੈ। ਦੂਜੀ ਮੰਗ ਸਾਡੇ ਜੋ ਉਪ ਚੁਣਾਵ ਅਧਿਕਾਰੀ ਬਣੇ ਨੇ त्रिलोचन सिंह जी वासु, ਉਹਨਾਂ ਦੇ ਸੰਬੰਧਿਤ ਹੈ ਕਿ ਉਹਨਾਂ ਦਾ ਜੋ ਬੇਟਾ ਹੈ ਕੈਪਟਨ ਵਾਸੂ ਉਹ ਚੁਣਾव ਲੜਦੇ ਨੇ ਔਰ ਅਜੇ ਕਮੇਟੀ ਵਿੱਚ ਵੀ ਨੇ ਔਰ ਇਹ ਜੋ ਹੈ ਖੰਡਾ ਪੈਨਲ ਦੇ ਫਾਊਂਡਰ ਮੈਂਬਰ
ਤੇ ਇਹਨਾਂ ਦੇ ਸੰਬੰਧੀ ਚੁਣਾਵ ਅਧਿਕਾਰੀ ਬਣਾਉਣ ਨੂੰ ਸਾਨੂੰ ਆਪत्ति है। राजेंद्र सिंह वासु चुनाव नहीं लड़ेंगे, ये घोषित है, ये धन पता है? देखिए बोलना और करना भी जानते नहीं, वो नहीं लड़ेंगे, वो तो आउट ऑफ इंडिया जा रहे हैं, कन्फर्म है। वो जा रहे हैं, सानू दस के नहीं जा रहे पहली गल। और साडी जो आपत्ति असि लिखित नहीं, वो आपत्ति तो खत्म हो गई ना, देखिए खबर खत्म हो गई हो, लेकिन असि साडी देखो साडी गल असि रख दी। वो कल वापस आ जाए बोले चुनाव लड़ा था, क्योंकि अजय कुछ किसी पैनल नाल कोई चुनाव बना देने के बंदा चुनाव लड़ेगा, दूसरे दिन सवेरे बदली जाता है। गुरु सिंह सभा ने चुनाव किसी बंदे तो असि भरोसा नहीं कर रहे, असि लिखित दे दी। ਤੁਹਾਡਾ ਵਿਰੋਧ ਪੈਨਲ ਦੇ ਪ੍ਰਮੁੱਖ ਹੋਣੇ ਦੇ ਨਾਤੇ ਵਾਸੂ ਜੀ ਦਾ ਹੈ ਬਿਲਕੁਲ, ਜਾਂ ਕੈਪਟਨ ਦਾ ਹੈ? साढ़े दो ही मांग है। अगर कोई खंडा पैनल का फाउंडर मेंबर है और खंडा पैनल चुनाव लड़ रही है तो किक्कर हो सकता है। खालसा पैनल के जो मेंबर ने, जो फाउंडर मेंबर है जसवंत सिंह छाबड़ा, उन्होंने ऐसी बोलने बना दो चुनाव अधिकारी, बना देंगे नहीं बनाते। मांग नहीं की असि प्राकृतिक सिद्धांत के खिलाफ जानते नहीं। अगर मैं चुनाव अधिकारी हाँ तो मैं अगर किसी संस्था को रिप्रेजेंट करना तो ये नियम भी है, प्राकृतिक सिद्धांत भी है और गुरु का घर है, तो मैं ईमानदारी नाल काम करने वाला का काम होना चाहिए। ये तो संगत तो मैसेज जा रहा है कि तुम जानबूझ के अड़ंगा लगा रहे हो। सरदार ਤਰਲੋਚਨ ਸਿੰਘ ਵਾਸੂ ਜੀ ਦਾ ਨਾਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮਾਨਯੋਗ ਰਘੁਵੀਰ ਸਿੰਘ ਦੇ ਸਾਹਮਣੇ ਆਇਆ ਸੀ ਔਰ ਉੱਥੇ ਨਾਲ ਹੀ ਵਿਚਾਰ ਹੋ ਕੇ ਫਾਈਨਲ ਹੋਇਆ। ਉਸ ਸਮੇਂ ਤੁਸੀਂ ਕਿਉਂ ਨਹੀਂ ਵਿਰੋਧ ਕੀਤਾ? ਨਹੀਂ, ਇਹ ਲਿਖਿਤ ਵਿੱਚ ਨਹੀਂ ਆਇਆ। ਹਾਂ, ਲਿਖਿਤ ਵਿੱਚ ਨਹੀਂ ਆਇਆ। ਮੀਟਿੰਗ ਉੱਤੇ ਮੈਂ ਵੀ ਸੀ। ਦੇਖੋ ਮਾਨनीय ਜਥੇਦਾਰ ਸਾਹਿਬ ਅੰਮ੍ਰਿਤਸਰ ਰਹਿੰਦੇ ਨੇ, ਉਹਨਾਂ ਨੇ ਥੋੜੀ ਪਤਾ ਕਿ ਖੰਡਾ ਪੈਨਲ ਵਿੱਚ ਕੌਣ ਕੌਣ ਉਸ ਸਮੇਂ ਵਿਰੋਧ ਤੋਂ ਕਰਦੇ ਤੁਸੀਂ? ਨਹੀਂ, ਵਿਰੋਧ ਭਾਈ ਉਹਨਾਂ ਕੋਲ ਸਾਡੇ ਕੋਲ ਪਿੱਛੇ ਪੁੱਛਿਆ ਹੈ ਕਿ ਸਾਡੇ ਜੋ ਵੀਰ ਗਏ ਹਨ ਉਹਨਾਂ ਕੋਲ ਪੁੱਛਿਆ ਕਿ ਇਹਨਾਂ ਨੇ ਬਣਾਈ ਨਾ ਬਣਾਇਆ। ਚਲੋ और अगली की मांग सी ਤੁਹਾਡੀ? अगली तीसरी मांग साडी आई कि जो इंदरजीत सिंह खलूजा साहब ने जिन्होंने उप चुनाव अधिकारी बनाया है, वो राष्ट्रीय स्वयं सेवक संघ जो राष्ट्रीय सिख संगत जो उन्होंने ब्रांच है वो जो मेंबर ने और तरफों लाल बत्ती भी मिली हुई है और पक्के नेता ने ते जो अकाल तख्त साहब का ही फरमान है कि जो राष्ट्रीय सिख संगत को असं बाइकाट करना है, तो राष्ट्रीय सिख संगत के बाइकाट के नाल असं उन्होंने अधिकारियों के कोई पत्र है ਤੁਹਾਡੇ? असं दे दिता पत्र। वो पत्र है अकाल तख्त साहब का फरमान है कि ਉਹ ਸਾਡੇ ਕੋਲ WhatsApp ਤੇ ਅਸੀਂ ਤੁਹਾਨੂੰ ਉਪਲਬਧ ਕਰਾ ਦਾਂਗੇ। ਹਾਂ, ਕਰਾ ਦਾਂਗੇ। ਉਹ ਜੋ ਬੋਲ ਰਹੇ ਆ ਉਹ ਮਤਲਬ ਤੁਹਾਨੂੰ ਕਾਗਜ਼ ਅਸੀਂ ਦੇ ਦਾਂਗੇ, ਉਹਦੇ ਕੋਈ ਤਕਲੀਫ ਨਹੀਂ। ਅਸੀਂ ਕਿਸੇ ਦੇ ਵਿਅਕਤੀਗਤ ਅਸੀਂ ਕਿਸੇ ਦੇ ਖਿਲਾਫ ਡੰਕੇ ਦੀ ਚੋਟ ਤੇ ਡੰਕੇ ਦੀ ਚੋਟ ਤੇ ਠੀਕ ਹੈ। और ਦੱਸੋ ਕੀ? और साडा एक जो डिमांड है एक है कि जो चुनाव जो हो रहा है वो चुनाव से संबंधित एडाक कमेटी बनाई जाए जी। और जो भी चुनाव उप चुनाव अधिकारी बनते ने वो संगत की साधारण सभा बन के और उप चुनाव अधिकारी बनाओ ताकि कोई विवाद ना हो। भाई कितने बैंक अधिकारी रिटायर ने, कितने सोशल वर्कर जैसे नारायण साहब ने, ਅਸੀਂ ਨਾਰੰਗ ਸਾਹਿਬ ਨੂੰ ਬਿਲਕੁਲ ਸਪੋਰਟ ਕਰ ਰਹੇ ਹਾਂ ਕਿਉਂਕਿ ਉਹ ਕਿਸੇ ਦੇ ਗਰੁੱਪ ਵਿੱਚ ਨਹੀਂ। ਲੇਕਿਨ ਅਗਰ ਸਾਡੇ ਗਰੁੱਪ ਦੇ ਬੰਦੇ ਨੂੰ ਚੁਣਾਵ ਅਧਿਕਾਰੀ ਬਣਾਵਾਂਗੇ ਤਾਂ ਦੂਜਾ ਬੰਦਾ ਜ਼ਰੂਰ ਆਪत्ति लेगा। ਇਹ प्राकृतिक सिद्धांत है, ਇਹ जनरल सिद्धांत है कि भैया जो आदमी व्यक्ति चुनाव लड़ रहा है वो परिवार का कोई बंदा नहीं होना चाहिए। और जो पैनल लड़ रही है तो जो फाउंडर मेंबर है जो दिन भर अजय तक है ना, वासु जी अजय मेंबर ने खंडा पैनल ये साडी बाबा जी ने की कहा? तो बाबा जी ने क्या कि सारी चीज़ा उन्होंने बड़े प्यार नाल साडे बड़े अदब दे के साडी गल सुनी है और उन्होंने आख्या है कि अकाल तख्त साहब जथेदार नूं वो सब इस विषय में गल करने के बाद सानू ये जानकारी पूरी दे। उन्होंने बिल्कुल आश्वासन दिता और असी बाबा जी ते पूरा भरोसा करते साडे वास्ते। बाबा जी बिल्कुल बस ਉਹਦੇ ਤੇ कोई आपत्ति नहीं है कि बाबा जी जो करन दे सानू मंजूर। इस समय साडे नाल मौजूद ने सरदार हरप्रीत सिंह बख्शी ते सरदार जसवंत सिंह छाबड़ा, गुरु सिंह सभा ਦੇ शायद सब नाल वरिष्ठ मैंबर ने। जी दसो तुसी दोवे हुणे बाबा राजिंदर सिंह नाल चुनाव के मुद्दे को लेकर कुछ आपत्ति की है, उस नाल गलबात हुई है तुहाडी, तुसी की अपनी मांग रखी है तो बाबा जी ने उस दे उत्ते तुहानू की आश्वासन दिता है? वाहिगुरू जी का खालसा वाहिगुरू जी की फतेह। पहला तो मैं जब तो टेढ़ी बात अपना मीडिया चैनल है सिख समाज में आया है, सिख समाज में बड़ी चेतना जागृत हुई है तो होरा जी तुहानू लख बधाइयां देना। पहली बार मेरा मौका आप जी के नाल इंटरव्यू का हैगा तो सब तो पहला मैं समाज के जागृति लाने लिए जिहड़ा टेढ़ी बात काम कर रहा उसकी बहुत बहुत बधाइयां देना। धन्यवाद। दूजा तुसीं कहा कि बाबा राजिंदर सिंह जी नाल साडी क्या गल हुई है, असीं जो अपने विषय सी वकील साहब ने हले दस्सिया ਉਹਦੇ ਵਿੱਚ दो एक विषय होर ने ਜਿਹੜਾ एक तो जो नवे प्रबंधक नाल चुनाव अधिकारी बनाए जा रहे हैं उसकी जानकारी सानू WhatsApp मिलती है, आप जी के मार्फत मिलती है। खालसा पैनल भी चुनाव लड़ रही पहला साडी गल दरबार साहब जी हुई सी उत्थे भी ये गल हुई सी कि निष्पक्ष बंदे जोड़े होणगे वो उन्होंने सहायक बनणगे। बाबा जी तो सानू सारा पूरा विश्वास है जितना वीर जी ने कहा कि नारंग वीर जी आए हैं वो भी बिल्कुल निष्पक्ष बंदे हैं
बाकी उस तो बाद भावें राष्ट्रीय सिख संगत होवे, भावें कांग्रेस होवे या कोई भी दल हो, किसी भी राजनीतिक दल नाल अगर प्रत्यक्ष रूप नाल कोई बंदा जुड़िया है तो उन्होंने चुनाव अधिकारी समाज का नहीं बनाना चाहिए। दूजी गल, दूजी जिहड़ी साडी पैनल है खालसा पैनल, ਉਹਦਾ ਇੱਕ ਵੀ ਬੰਦਾ ਨਾ ਤੇ ਚੁਣਾਵ ਅਧਿਕਾਰੀ ਨਾਲ ਰੱਖਿਆ ਗਿਆ, ਨਾ ਕੋਈ ਫਾਰਮ ਜਿਹੜੇ ਚੈੱਕ ਕਰਨੇ ਨੇ ਉਹਦੇ 'ਚ ਕੋਈ ਬੈਠਾ ਹੈ। तो मतलब जो नियुक्तियाँ हो रही है ऐसी ये चाह रहे थे कि नियुक्तियाँ कर कौन रहा है, किस प्रकार हो रही है, पूरी पारदर्शी तरीके ਨਾਲ पारदर्शिता रहे। ऐसी बाबा जी ने बेनती की है कि तुसी इंदौर शहर की साधारण सभा बुला लो। बाबा जी ने बड़े अदब नाल कहा कि भाई मेरा अधिकार विच नहीं, ਅਸੀਂ ਦੱਸਿਆ ਉਹਨਾਂ ਨੂੰ ਜਿਹੜਾ ਫਰਮੈਂਟ सोसाइटी है ਜਿਹਦੇ ਅੰਦਰ ਸਾਡਾ ਗੁਰਦੁਆਰਾ ਸਾਹਿਬ ਰਜਿਸਟਰਡ है, ਉਹਦੇ ਬਾਇਲਾਸ हैं कि चुनाव अधिकारी पहला नियुक्त होएगा। चुनाव अधिकारी सारी साधारण सभा बुला के ਉਹਦੇ ਵਿੱਚੋਂ ਫਿਰ ਜਿਹੜੇ ਬੰਦੇ ਹਨ एडाप्ट कमेटी बनावे या फिर चुनाव अधिकारी बना के ਇਹੋ ਜਿਹਾ प्रोग्राम निश्चित ਹੁੰਦਾ है। ਤੇ ਸਾਡੀ ਇਹੀ ਬੇਨਤੀ ਸੀ ਬਾਬਾ ਜੀ ਨੂੰ। ਦੂਜੀ ਇੱਕ ਬੇਨਤੀ ਸੀ ਕਿ ਇੰਦੌਰ ਸ਼ਹਿਰ ਵਿੱਚ ਸਿੱਖ ਸਮਾਜ ਦੇ ਬਹੁਤ ਹੀ ਕਈ ਸਾਲਾਂ ਤੋਂ ਨੇਤਰਤਵ ਕਰ ਰਹੇ ਨੇ ਜਸਵੀਰ ਸਿੰਘ ਜੀ ਗਾਂਧੀ ਜੀ। ਉਹਨਾਂ ਦਾ ਇੱਕ ਬਿਆਨ ਹੈਗਾ ਸੀ ਕਿ ਇੰਦੌਰ ਸ਼ਹਿਰ ਵਿੱਚ 84 ਵਿੱਚ ਕੋਈ ਦੰਗਾ ਨਹੀਂ ਹੋਇਆ। नहीं वो पॉलिटिकल गल छड़ दो, उन्हें ਅਸੀਂ सिर्फ ਮੰਗ ऐसे ਕੀਤੀ ਬਾਬਾ ਜੀ नहीं, वो ठीक है मांग की है, बाबा जी वो ने चलती पूछा रहेगी। क्या बाबा जी नहीं ने नहीं, की गल होई तो वो वो पुरानी गल हो गई, वो सब चलती रहेगी। ते- आप आज दे बारे गल करो, ਤੁਸੀਂ ਅੱਜ ਚੁਣਾव ਦੀ ਦੇ ਇਹੀ ਬਾਰੇ ਗੱਲ ਕੀਤੀ हाँ। ਸੀ ਕਿ ਉਹਨਾਂ ਨੂੰ ਸਮਾਜ ਚੋਂ ਜਾਂ ਠੀਕ ਹੈ, ਤੇ ਪਦ ਤੋਂ ਹਟਾਇਆ ਜਾਏ क्योंकि वो भी उस ठीक। पद पे बैठकर चुनाव करवा रहे ठीक है। हैं जिससे उन्होंने क्या है कि इंदौर में कुछ नहीं हुआ, कोई दंगा नहीं नहीं हुआ, नहीं, कोई ठीक है, जन वो जानना ना- ठीक है ठीक है। दूजी एक विषय ऐसी रखा है जी मंग की है, ਉਹਦਾ ਉਹਨਾਂ ਨੇ ਕਿਹਾ ਕਿ ਲਿਖਿਤ ਦੇ ਦਿਓ ਕਿ ਜਿਹੜੇ ਵੀ ਬੰਦੇ ਪੱਤਿਤ ਹਨ ਜਿਹੜੇ ਸ਼ਰਾਬ ਦਾਰੂ ਨਸ਼ੇ ਦਾ ਕਾਰੋਬਾਰ ਕਰਦੇ ਨੇ, ਇਹੋ ਜਿਹੇ ਲੋਕੀ ਜਿਨ੍ਹਾਂ ਤੇ ਕੋਈ ਕੋਰਟ ਵਿੱਚ ਕੇਸ ਚੱਲ ਰਹੇ ਨੇ, ਗੰਭੀਰ ਕੇਸ ਚੱਲ ਰਹੇ ਨੇ, ਰੇਪ ਦੇ ਕੇਸ ਚੱਲ ਰਹੇ ਨੇ, ਇਹੋ ਜਿਹੇ ਲੋਕਾਂ ਨੂੰ ਨੇਤਰਤਵ ਸਿੱਖ ਸਮਾਜ ਦਾ ਨਾ ਕਰਨ ਦਿੱਤਾ ਜਾਵੇ। ਚੁਣਾਵ ਅਧਿਕਾਰੀ ਜੀ ਇਸ ਤੇ ਰੋਕ ਲਾਉਣ, ਅਕਾਲ ਤਖਤ ਸਾਹਿਬ ਨਾਲ ਗੱਲ ਕਰਕੇ ਇਹੋ ਜਿਹੇ ਬੰਦਿਆਂ ਨੂੰ ਚੁਣਾਵ ਲੜਨ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਸਮਾਜ ਕਿਸ ਦਿਸ਼ਾ ਵਿੱਚ ਜਾਏਗਾ ਅਗਰ ਇਹੋ ਜਿਹੇ ਬੰਦੇ ਨੇਤਰਤਵ ਕਰਨਗੇ। तो तीजा ਅਸੀਂ ਇਹ ਕਿਹਾ ਹੈ ਕਿ ਜਿਹੜਾ ਅੰਮ੍ਰਿਤਧਾਰੀ ਹੋਏ, ਅੰਮ੍ਰਿਤਧਾਰੀ ਬੰਦਾ ਹੀ चुनाव लड़े। ये नहीं कि भाई अगला चुनाव है तो मैं एक दिन पहले अमृत छक ला। ਜਿਹੜੇ ਪਹਿਲਾਂ ਤੋਂ ਹੀ ਅੰਮ੍ਰਿਤਧਾਰੀ ਨੇ, ਜਿਨ੍ਹਾਂ ਨੂੰ ਗੁਰਮੁਖੀ ਆਉਂਦੀ ਹੋਵੇ, ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੋਵੇ, ਜਿਨ੍ਹਾਂ ਨੂੰ ਪਾਠ ਕਰਨਾ ਆਉਂਦਾ ਹੋਵੇ, ਇਹੋ ਜਿਹੇ ਬੰਦਿਆਂ ਨੂੰ ਚੁਣਾव ਲੜਾਉਣਾ ਚਾਹੀਦਾ। ਬਾਬਾ ਜੀ ਨੇ ਉਹ ਵੀ ਕਿਹਾ ਜੀ ਲਿਖਿਤ ਵਿੱਚ ਜੋ ਅਸੀਂ ਅਕਾਲ ਤਖਤ ਸਾਹਿਬ ਵਿੱਚ ਗੱਲ ਕਰਾਂਗੇ ਕਿ ਜਿਹੜਾ ਬੰਦਾ ਗੁਰਮੁਖੀ ਨਹੀਂ ਪੜ੍ਹ ਸਕਦਾ, ਜਿਹੜਾ ਪੰਜਾਬੀ ਨਹੀਂ ਬੋਲ ਸਕਦਾ, ਤੇ ਇਹੋ ਜਿਹੇ ਬੰਦਿਆਂ ਨੂੰ ਵੀ ਚੁਣਾव ਲੜਨ ਦੀ ਪਾਤਰਤਾ ਨਹੀਂ ਹੋਣਾ ਚਾਹੀਦੀ ਕਿਉਂਕਿ ਇਹ ਨੇਤਰਤਵ ਕਰਨਗੇ ਅਗਲੇ 3 ਸਾਲ ਬਾਅਦ। ਚੁਣਦੇ ਅਸੀਂ 3 ਸਾਲ ਵਾਸਤੇ ਹਾਂ ਪਰ ਇਹ ਚੱਲੇ ਜਾਂਦੇ ਨੇ 10 ਸਾਲ ਤਾਈਂ, 11 ਸਾਲ ਤਾਈਂ। इस तो पहले वाली कमेटी भी देख लो तो भी 10 साल, ये वाली कमेटी देख लो तो भी 10-11 साल। तो 10-11 साल भी समाज में किस पास ले जाना है और नेतृत्व तो करता सही नहीं ਤੁਸੀਂ ਇਹ ਕਹਿ ਰਹੇ ਹੋ ਕਿ ਜੋ 3 ਸਾਲ ਦੇ ਵਾਸਤੇ ਚੁਣ ਕੇ ਆਣਗੇ 10-11 ਸਾਲ ਬੈਠਣਗੇ, पिछला होया यही है। ਹੁਣ ਪੋਸੀਬਲ ਨਹੀਂ ਹੈ, पहला उन्होंने यही किया ਹੁਣ नहीं पॉसिबल है। ਤੁਸੀਂ- ये सोशल मीडिया का जमाना है, ये मीडिया का जमाना है और समाज जी। इतना जागरूक हो गया ਤੁਸੀਂ है अगर कि पिछले- 3 साल दे, ये मेरा दावा है कि कार्यकाल खत्म होने दे एक दिन बाद भी किसी को नहीं बैठन देवांगे ਅਸੀਂ। यही संगत गल नाल वादा है यही गल और यही वादा चुनाव ध्वन भी करना है कि पिछले ਆਪਾਂ चुनाव- अपना कार्यकाल खत्म होने दे पहले सारे प्रत्याशियों ਨੂੰ, ਸਾਰੇ ਪੈਨਲ ਨੂੰ ਇਹ ਤੇ ਐਫੀਡੇਵਿਟ ਦੇਣਾ ਪਏਗਾ ਗੁਰੂ ਘਰ ਚੋਂ ਕਿ ਸਾਡਾ कार्यकाल खत्म ਹੋਇਆ तो ਇਹ ਸਾਡਾ त्याग पत्र। मैं शुरुआत ही किया थी हाँ। कि टेढ़ी बात में होना ਜਿਹੜਾ चाहिए। समाज की चेतना आ रही है बिल्कुल। पर पिछले चुनाव ਹੁਣ में नहीं होएगा। आप जिन्हों याद कराना ਹੁਣ नहीं होएगा। समाज ही संगत ही पैनल सी सर्वोपरि। ਜਿਹੜੀ ਪਿਛਲੀ ਪੈਨਲ ਸੀ ਉਹਦੇ ਸਭ ਤੋਂ ਪਹਿਲਾਂ ਮੈਨੀਫੈਸਟੋ ਵਿੱਚ ਇਹ ਲਿਖਿਆ ਸੀ ਕਿ 3 ਸਾਲ ਹੁੰਦੇ ਹੀ ਅਸੀਂ ਉਹ ਤਾਂ ਮੈਂ ਕੱਲ ਗਾਂਧੀ ਜੀ ਨਾਲ ਤੁਸੀਂ ਸਾਡਾ ਇੰਟਰਵਿਊ ਦੂਜੀ ਦੇਖਿਆ ਗੱਲ, ਹੋਵੇਗਾ। ਪਿਛਲੀ ਜਿਹੜੀ ਕਮੇਟੀ ਸੀ ਉਹਨੇ ਇਹ ਕਿਹਾ ਸੀ ਕਿ ਖਾਲਸਾ ਕਾਲਜ ਮੁਕਤ ਕਰਾ ਕੇ ਮੈਂ ਦੂੰਗਾ। ਉਹੀ ਗੱਲਾਂ ਇਹ ਕਰ ਰਹੇ ਨੇ, ਜਨਤਾ ਨੂੰ ਬਰਗਲਾ ਰਹੇ ਨੇ। ਤੁਸੀਂ ਖਾਲਸਾ ਕਾਲਜ ਤੁਸੀਂ ਦੇ ਚੁਣਾਵ ਗੁਰੂ ਹੁੰਦੇ ਨੇ, ਕਰਾਓਗੇ। ਖਾਲਸਾ ਕਾਲਜ ਚੁਣਾਵ ਹੁੰਦੇ ਨੇ ਫਰਮੈਂਟ सोसाइटी ਵਿੱਚੋਂ ਰਜਿਸਟਰਡ ਹੈ। चलो वो तो फिर अलग नाल इंटरव्यू कर लेवांगे ना। ਜਿਹੜੀ ਹੁਣ ਇਹ आप कमेटी गल है। करिए ना, ये चुनाव जो ये मेरा हुन अगला सवाल सुनो, ये चुनाव श्री अकाल तख्त साहिब के दिशा निर्देश नाल होंगे या जो बायलॉज है इंदौर श्री गुरु सिंह सभा ਦਾ 1944 ਦਾ जो बायलॉज है उस बायलॉज ਦੇ ਮੁਤਾबिक ਹੋਣਗੇ। ਅਕਾਲ ਤਖਤ ਸਾਹਿਬ ਦਾ ਅਸੀਂ ਪੂਰਾ ਸਨਮਾਨ ਕਰਦੇ ਹਾਂ। ਸਿੰਘ ਸਾਹਿਬ ਨੇ ਜੋ ਨਿਯੁਕਤ ਕੀਤਾ ਬਾਬਾ ਰਾਜਿੰਦਰ ਸਿੰਘ ਜੀ ਦਾ ਅਸੀਂ ਪੂਰਾ ਸਨਮਾਨ ਕਰਦੇ ਹਾਂ। ਉਹਨਾਂ ਨੇ ਚੁਣਾਵ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ ਅਕਾਲ ਤਖਤ ਸਾਹਿਬ ਨੇ। ਹੁਣ ਜਿਹੜਾ ਕੰਮ ਹੈ ਸਾਡਾ ਜੋ सोसाइटी फर्मनेंट सोसाइटी भी रजिस्टर्ड है गुरुद्वारा ਤੇ ਨਿਯਮ ਅਨੁਸਾਰ ਹੀ ਕਰਾਣੇ ਪੈਣਗੇ। ਪਹਿਲੇ ਕਰਾਣਗੇ ਬਾਬਾ ਜੀ, ਨਹੀਂ ਬਾਇਲॉज ਦੇ ਅਨੁਸਾਰ, ਬਾਇਲਾਜ ਦੇ ਅਨੁਸਾਰ ਹੀ ਕਰਾਉਣਾ ਪੱਕਾ? ਚਾਹੀਦਾ। ਸਾਡੀ ਇਹੀ ਬੇਨਤੀ ਹੈ, ਤੁਸੀਂ ਬਾਇਲॉज ਪੜਿਆ? ਸਾਡੀ ਇਹੀ ਮੰਗ ਕੀਤੀ। ਤੁਸੀਂ ਬਾਇਲॉज ਪੜਿਆ ਕਦੀ? ਬਿਲਕੁਲ ਬਿਲकुल ਪੜਿਆ? ਬਿਲकुਲ ਪੜਿਆ। ਮੈਂ ਪਹਿਲਾਂ ਚੁਣਾਵ ਵੀ ਲੜਿਆ। 1944 ਦੇ ਬਾਇਲॉज ਦੇ ਕਲੌਜ਼ 20 ਦੇ ਸ਼ਾਇਦ ਤੀਜੀ ਜਾਂ ਚੌਥੀ सब क्लास के उत्ते लिखा हुआ है, जो मुन्ना है अगर तंबाकू गुटखा का सेवन नहीं करता है, गुरु घर का मर्यादा का पालन करता है दसों तो गुरुओं वो के भी गुरु ग्रंथ साहिब पे विश्वास जो रखता है। हाँ वो भी गुरु सिंह सभा का मेंबर होएगा, फिर बिल्कुल वो भी गल लागू हो जाएगी। बिल्कुल होना चाहिए।
ਅਸੀਂ ਇੰਨਾ ਵਿਤਕਰਾ ਕਰਕੇ ਸਮਾਜ ਨੂੰ, ਸਿੰਧੀ ਸਮਾਜ ਨੂੰ ਦੂਰ ਕੀਤਾ, ਪੰਜਾਬੀ ਸਮਾਜ ਨੂੰ ਦੂਰ ਕੀਤਾ ਹੈ। ਹੁਣ ਦੇਖਿਆ ਜਾਏ ਅਗਰ ਪੰਜਾਬੀ ਸਮਾਜ ਦੇ ਜਿਹੜੇ ਵੀ ਬੰਦੇ ਹਨ ਸਾਰੇ ਗੁਰਦੁਆਰੇ ਆਉਂਦੇ ਸਨ, ਕਰੋੜਵੰਸ਼ੀ ਹੋਏ, ਆਪਣੇ ਟੁੱਟੇ ਜੇ ਸਾਰੇ ਗੁਰੂ ਘਰ ਆਉਂਦੇ ਸਨ। ਅਸੀਂ ਇਹਨਾਂ ਦੇ ਨਾਲ ਵਿਤਕਰਾ ਕਰਕੇ ਇਹਨਾਂ ਨੂੰ ਅਲੱਗ ਮੰਦਰ ਇਹਨਾਂ ਨੇ ਬਣਾ ਲਿਆ, ਗੁਰਦੁਆਰੇ ਆਉਣਾ ਇਹਨਾਂ ਨੇ ਬੰਦ ਕਰਤਾ। ਹੁਣ ਸਿੰਧੀ ਸਮਾਜ ਨਾਲ ਜਿਹੜਾ ਕੁਝ ਵਾਕਿਆ ਹੋਇਆ ਤੁਸੀਂ ਆਪ ਦੇਖਿਆ, ਤੇ ਅਸੀਂ ਕੀ ਕਰ ਰਹੇ ਹਾਂ, ਸਮਾਜ ਨੂੰ ਤੋੜ ਰਹੇ ਹਾਂ। ਤੇ ਸਾਡੇ ਬਾਬੇ ਨੇ ਕਿਹਾ ਸੀ, ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਦੇ ਸਿਧਾਂਤ ਦੇ ਵਿਪਰੀਤ ਕੰਮ ਕਰ ਰਿਹਾ, ਜਾ ਕੇ ਕੰਮ ਹੋ ਰਿਹਾ। ਬਿਲਕੁਲ। ਤੇ ਜਿਹੜੇ ਸਹਿਜਧਾਰੀ ਨੇ, ਗੁਰੂ ਸਾਹਿਬ ਵਿੱਚ ਵਿਸ਼ਵਾਸ ਰੱਖਦੇ ਨੇ, ਇਹੋ ਜਿਹੇ ਬੰਦਿਆਂ ਨੂੰ ਵੀ ਅਧਿਕਾਰ ਹੋਣਾ ਚਾਹੀਦਾ, ਕੋਈ ਗਲਤ ਨਹੀਂ ਦੀ। ਨਹੀਂ, ਉਹਨਾਂ ਦੇ ਘਰ ਦੇ ਬੀਵੀਆਂ ਨੂੰ ਤਾਂ ਦੇ ਹੀ ਰਹੇ ਹੋ ਕਰ ਰਹੇ ਨੇ, ਹਾਂ, ਕਰ ਹੀ ਉਹਨਾਂ ਨਾਲ ਰਹੇ ਹੋ। ਉਹਨਾਂ ਨਾਲ ਭੇਦਭਾਵ ਕਿਉਂ? ਲੋਕੋ ਗੁਰੂ ਨਾਨਕ ਨੇ ਕਿਹਾ ਕਿ ਮਾਨਸ ਦੀ ਜਾਤ ਸਭ ਇੱਕ ਪਹਿਚਾਨ। ਔਰ ਦੂਜੀ ਗੱਲ ਇਹ ਹੈਗੀ ਕਿ ਸਾਡੇ ਜਿਹੜੇ ਸਿੱਖ ਹਨ ਉਹਨਾਂ ਦੇ ਬੱਚੇ, ਤੁਸੀਂ ਇਮਲੀ ਸਾਹਿਬ ਗੁਰਦੁਆਰੇ ਆ ਜਾਓ ਰਾਤੀ, ਪਤਾ ਲੱਗ ਜਾਏਗਾ ਕਿੰਨੇ ਸਿੱਖ ਬੱਚੇ ਸੇਵਾ ਕਰਦੇ ਨੇ, ਕਿੰਨੇ ਸਿੰਧੀ ਬੱਚੇ। ਬਿਲਕੁਲ ਪੂਰਾ ਆਪਣਾ ਉਹਨਾਂ ਨੂੰ ਮੂੰਹ ਜਵਾਨੀ ਯਾਦ ਹੈ, ਆਪਣਾ ਸੁਖਮਨੀ ਸਾਹਿਬ। ਤੇ ਸਾਡੇ ਜਿਹੜੇ ਉਮੀਦਵਾਰ ਚੁਣਾਵ ਲੜ ਰਹੇ ਨੇ, ਨਾ ਕਰੋ ਜਪਜੀ ਸਾਹਿਬ ਦਾ ਪਾਠ ਕਰਾ ਲਿਆ ਜੀ, 5 ਪੌੜੀਆਂ ਤਾਂ ਕਰਾ ਲਓ, ਇਹਨਾਂ ਕੋਲੋਂ ਪੁੱਛ ਲਓ ਜਪਜੀ ਸਾਹਿਬ ਦੀ ਕਿੰਨੀ ਪੌੜੀਆਂ ਨੇ। ਇਹਨਾਂ ਤੋਂ ਜ਼ਿਆਦਾ ਸਿੰਧੀ ਸਮਾਜ ਦੀਆਂ ਭੈਣਾਂ, ਸਿੰਧੀ ਸਮਾਜ ਦੇ ਬੱਚੇ ਸੁਖਮਨੀ ਸਾਹਿਬ ਮੂੰਹ ਜਵਾਨੀ ਯਾਦ। ਚਲੋ ਅਧਿਕਾਰ ਹੋਣਾ ਚਾਹੀਦਾ। ਚਲੋ, ਇਹ ਚੁਣਾਵ ਸਮਾਜ ਨੂੰ ਜੋੜਨ ਵਾਲੇ ਹੋਣਗੇ। ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਉਮੀਦਵਾਰ ਸਾਹਮਣੇ ਆ ਰਹੇ ਨੇ, ਜਿਨ੍ਹਾਂ ਦੀ ਪ੍ਰਵਿਰਤੀ ਅਸੀਂ ਦੇਖੀ, ਅਗਰ ਅਪਰਾਧਿਕ ਪ੍ਰਵਿਰਤੀ ਦੇ ਲੋਕ ਆ ਰਹੇ ਨੇ, ਤੇ ਪਿਛਲੇ 10 ਸਾਲ ਵਿੱਚ ਜੋ ਹਾਲ ਹੋਇਆ ਸਮਾਜ ਦਾ, ਉਸ ਤੋਂ ਜ਼ਿਆਦਾ ਖਤਰਨਾਕ ਅੱਗੇ ਹੋਣਾ। ਇਹਨਾਂ ਤੇ ਰੋਕ ਲੱਗਣੀ ਚਾਹੀਦੀ। ਮੇਰਾ ਸਵਾਲ ਇਹ ਕਿ ਤੁਸੀਂ ਜਾਂ ਤੁਹਾਡਾ ਪੈਨਲ ਇਸ ਤਰ੍ਹਾਂ ਦਾ ਕੋਈ ਉਪਰਾਲਾ ਕਰੇਗਾ ਕਿ ਇਹ ਚੁਣਾਵ ਇੱਕ ਮਿਸਾਲ ਬਣੇ ਔਰ ਇਹ ਸਾਰੀ ਸੰਗਤ ਨੂੰ ਜੋੜਨ ਵਾਲਾ ਹੋਵੇ। ਸਾਡੀ ਪੈਨਲ ਵਿੱਚ ਇੱਕ ਵੀ ਬੰਦਾ ਅਪਰਾਧੀ ਪ੍ਰਵਿਰਤੀ ਦਾ ਨਹੀਂ ਹੋਵੇਗਾ, ਇੱਕ ਵੀ ਬੰਦਾ ਇਹੋ ਜਿਹਾ ਨਹੀਂ ਹੋਵੇਗਾ ਜਿਸ ਤੇ ਕੋਈ ਗੰਭੀਰ ਪ੍ਰਕਰਨ ਹੋਣਗੇ, ਇੱਕ ਵੀ ਬੰਦਾ ਇਹੋ ਜਿਹਾ ਨਹੀਂ ਹੋਵੇਗਾ ਜਿਸ ਦੇ ਉੱਤੇ ਨਸ਼ਾਖੋਰੀ, ਸ਼ਰਾਬ ਵੇਚਣਾ, ਦਾਰੂ ਵੇਚਣਾ, ਨਸ਼ਾ ਵੇਚਣਾ, ਇੱਕ ਵੀ ਬੰਦਾ ਸਾਡੀ ਪੈਨਲ ਵਿੱਚ ਨਹੀਂ ਹੋਵੇਗਾ। मेरा एक बड़ा मतलब व्यक्तिगत सवाल है, व्यक्तिगत ही समझ लो, जो मेरे मन चो आंदी है। मैं उन्हें अकाल तख्त साहिब गया सी, दिल्ली गया सी एक्चुअली, फिर मन होया बाबा का हुक्म है, मैं उत्ते पहुंच गया अमृतसर, तुसी मिले सी, मैं दर्शन किए। हाँ, फिर ओदे बाद मैं चला गया तलवंडी साहब। जी जी। रास्ते जो मेरे मन चो एक ख्याल आया कि मेरे वीर सरदार रणवीर सिंह छाबड़ा, जिन्ना मैं उन्होंने जानना हूँ, उन्होंने नेचर बड़ा ही वधिया है, बड़े शांतमई स्वभाव दे ने, सब दे गल सुनते ने, सबनों साथ लेके चलन तो भरोसा रखते कि मेरे वीर कुछ या जिया बड़ा दिल रखे, सिख कौम लई, समाज हित लई कोई बड़ा उपराला करनगे। मेरी गल तुसीं उन्हां तक पहुंचाया जाए। जिस तरह भाई साहब आपको पता ही होना है, वो बंदा जिन्नी गुरु घर की सेवा करता है, मैं कह रहा मैं कह रहा ना, मैं कह रहा ना, जिन्ना मैं जानू, हाँ, मेरे हिसाब नाल इंदौर देकर 2-4-5 मंदिरों में अगर जानता हुआ जिनमें सत्कार करना हुआ जिला में सत्कार करना, लोग की कौन की कह रहा है मैं उस पर भरोसा नहीं करना। मैं पर्सनली जो देखना बंदे को समझना हो, अंदर तक जाके जानना, उस 4-5 बंदे जो मेरे वीर रणवीर सिंह छाबड़ा ने, हो सकता है कोई इस प्रकार का भी सवाल उठे कि मैं कोई पक्षपात वाली गल कर रहा या किसी भी गल कर रहा, पर मैं सिख हाँ, मैं दसम पिता गुरु पिता का पुत्र हाँ, गुरु घर चो खड़ा हाँ, इस करके मैं सच बोलन तो कभी पीछे नहीं हटता। मैं डंके की जोड़ से कहना, आज गुरु नानक देव जी के पवित्र छो स्थान इमली साहब गुरुद्वारा साहब तुसीं खड़े हैं। बॉबी छाबड़ा, रणवीर सिंह छाबड़ा वर्गा बंदा इंदौर शहर में नहीं होना है जिहड़ा सरकार नाल लड़ रहा है। और तो सिख कौम का काम है सरकारां नाल टकरा लेना, उससे कोई भी कायमी किसी बंदे द्वारा नहीं की गई है, सरकार ने कायमी की है, भावें कांग्रेस की हो, भावें दूजी सरकार हो, तो उन्होंने नाल लड़ता रहा है। तो उसके खिलाफ साडे समाज के लोगों ने जा जाके भावें कमलनाथ हो, भावें बीजेपी के मुख्यमंत्री व्यक्तिगत है, वो सब समाज च होंदे ने, सब जगह होंदे ने, उन्होंने ज्ञापन दे दे के वो नीची सोच होंदी है जिन्हां दी, वो अपने हिसाब नाल काम करदे ने, उन्हां दा परवाह कदी नहीं करना चाहिए। मेरा यह कहना है, बॉबी छाबड़ा जदों तो समाज के मैदान में आया 15-20 सालों तो ना वो मांस का सेवन करता है, ना वो दारू पींदा है, ना किसी अन्य व्यसन में है। हाँ, उन्हें व्यापार किया है, गवर्नमेंट उसके पीछे पे ही गवर्नमेंट ने नुकसान किया है, वो बंदा बिल्कुल गुरु का ओरिजिनल बंदा है। यह संगत का मैसेज है जो उन्होंने तक पहुँचना चाहिए कि संगत चाहती है कि तुसी कोई या उपराला कर दो कि रहती दुनिया तई संगत दोनों याद करे। वाहिगुरु जी का खालसा, वाहिगुरु जी की फतेह।